31 ਮਾਰਚ ਨੂੰ ਕਿਹਾ ਸੀ ਕਿ ਤੁਹਾਨੂੰ ਅਸੀਂ ਫਾਰਗ ਕਰ ਦੇਵਾਂਗੇ, ਪਰ ਨਹੀਂ ਕੀਤਾ ਗਿਆ, ਜਿਹਦੇ ਤੋਂ ਸਿੱਖਿਆ ਵਿਭਾਗ ਮੁੱਕ ਰਿਹਾ ਹੈ ਜੀ। ਸਾਡੀ ਮੰਗ ਇਹ ਹੈ ਸਰ ਕਿ ਸਾਡੀਆਂ ਡੈਪੂਟੇਸ਼ਨਾਂ ਜਿਹੜੀਆਂ ਆਰਜੀ ਪ੍ਰਬੰਧ ਲਾਏ ਗਏ ਆ ਇਹਨਾਂ ਨੂੰ ਤੁਰੰਤ ਕੈਂਸਲ ਕੀਤਾ ਜਾਵੇ, ਸਾਨੂੰ ਸਾਡੇ ਜ਼ਿਲ੍ਹਿਆਂ ਵਿੱਚ ਪਹੁੰਚਾਇਆ ਜਾਵੇ। ਜਦੋਂ ਅਸੀਂ ਰਿਟਰਨ ਦੀ ਗੱਲ ਕਰਦੇ ਸੀ ਹੱਥ ਖੜੇ ਕਰ ਜਾਂਦੇ ਸੀਗੇ। ਉਹਨਾਂ ਸਾਨੂੰ ਕਿਹਾ ਕਿ ਰਿਟਰਨ ਵਿੱਚ ਅਸੀਂ ਕੁਝ ਵੀ ਨਹੀਂ ਦੇਣਾ ਹੈਗਾ। ਡੀਓ ਸਾਹਿਬ ਵੱਲੋਂ ਆਸ਼ਵਾਸਨ ਦਿੱਤਾ ਗਿਆ ਮੀਟਿੰਗ ਦਾ, ਪਰ ਕਾਫੀ ਲੰਮੇ ਸਮੇਂ ਤੋਂ ਮੀਟਿੰਗਾਂ ਕਰ ਕਰਕੇ ਪਰ ਮੀਟਿੰਗਾਂ 'ਚ ਸਾਨੂੰ ਕੁਝ ਨਹੀਂ ਪੱਲੇ ਪਿਆ। ਈਟੀਟੀ ਅਧਿਆਪਕਾਂ ਨੇ ਆਪਣੀ ਡੈਪੂਟੇਸ਼ਨ ਰੱਦ ਦੀ ਮੰਗ ਨੂੰ ਲੈ ਕੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਸਥਿਤ ਰਿਹਾਇਸ਼ ਅੱਗੇ ਧਰਨਾ ਦਿੱਤਾ। ਬੇਸ਼ੱਕ ਸਿੱਖਿਆ ਮੰਤਰੀ ਧਰਨਾ ਦੇ ਰਹੇ ਅਧਿਆਪਕਾਂ ਨੂੰ ਮਿਲੇ, ਪਰ ਡੀਈਓ ਐਲੀਮੈਂਟਰੀ ਦੀ ਡਿਊਟੀ ਲਗਾ ਕੇ ਆਪ ਚਲੇ ਗਏ। ਪਰ ਧਰਨਾਕਾਰੀ ਅਧਿਆਪਕਾਂ ਅਤੇ ਅਧਿਆਪਕਾਵਾਂ ਪੂਰਾ ਦਿਨ ਕੜਕਦੀ ਧੁੱਪ 'ਚ ਆਪਣੇ ਬੱਚਿਆਂ ਸਮੇਤ ਧਰਨੇ ਤੇ ਬੈਠੇ ਰਹੇ। ਧਰਨਾਕਾਰੀਆਂ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਵੀ ਰਵਾਇਤੀ ਸਿਆਸੀ ਪਾਰਟੀਆਂ ਵਾਂਗ ਲਾਰੇ ਲਗਾਉਣ ਦੀ ਨੀਤੀ ਅਪਣਾਉਣ ਲੱਗੀ ਹੈ, ਜਦਕਿ ਸਰਕਾਰ ਬਣਨ ਤੋਂ ਪਹਿਲਾਂ ਇਹੀ ਆਪ ਆਗੂ ਲੋਕਾਂ ਦੀਆਂ ਮੁਸ਼ਕਿਲਾਂ ਉਹਨਾਂ ਦੇ ਆਪਣੇ ਸ਼ਹਿਰ ਤੇ ਕਸਬਿਆਂ 'ਚ ਹੱਲ ਕੀਤੀਆਂ ਜਾਈਆਂ ਕਰਨਗੀਆਂ ਦੇ ਦਾਅਵੇ ਕਰਦੇ ਸਨ। ਹੋਰ ਇਸ ਮੌਕੇ ਅਧਿਆਪਕਾਂ ਨੇ ਕੀ ਕੁਝ ਕਿਹਾ, ਤੁਸੀਂ ਵੀ ਸੁਣੋ। ਸਰ ਮੇਰਾ ਨਾਮ ਕੁਲਵਿੰਦਰ ਕੌਰ ਹੈ ਜੀ। ਅਸੀਂ ਕਿਸੇ ਜਥੇਬੰਦੀ ਤੋਂ ਨਹੀਂ, ਕੁਛ ਨਹੀਂ ਜੀ। ਅਸੀਂ ਇੱਕ ਆਮ ਅਧਿਆਪਕ ਆਏ ਆ ਜੀ, ਜਿਨ੍ਹਾਂ ਦੀਆਂ ਬਦਲੀਆਂ ਹੋਈਆਂ ਨੂੰ 1 ਸਾਲ ਹੋ ਗਿਆ ਗਾ ਸਰ, ਪਰ ਸਾਨੂੰ ਦੂਜੇ ਜ਼ਿਲ੍ਹਿਆਂ ਵਿੱਚ 200 ਤੋਂ 300 ਕਿਲੋਮੀਟਰ ਤੇ ਵਾਪਸ ਬੁਲਾਇਆ ਗਿਆ ਹੈ, ਇਹ ਕਹਿ ਕੇ ਕਿ ਤੁਸੀਂ ਜਦੋਂ ਤੱਕ ਨਵੀਂ ਭਰਤੀ ਨਹੀਂ ਹੁੰਦੀ ਉਦੋਂ ਤੱਕ ਤੁਸੀਂ ਇੱਥੇ ਹੀ ਡਿਊਟੀ ਕਰੋਗੇ। ਸਾਡੀਆਂ ਤਨਖਾਹਾਂ, ਸਾਡਾ ਆਨਲਾਈਨ ਰਿਕਾਰਡ, ਸਾਡੀਆਂ ਇਲੈਕਸ਼ਨ ਡਿਊਟੀਆਂ ਸਾਡੇ ਨਵੇਂ ਜ਼ਿਲ੍ਹਿਆਂ ਵਿੱਚ ਲੱਗੀਆਂ ਹੋਈਆਂ ਗਈਆਂ ਜੀ। ਸਾਨੂੰ 31 ਮਾਰਚ ਨੂੰ ਕਿਹਾ ਸੀ ਕਿ ਤੁਹਾਨੂੰ ਅਸੀਂ ਫਾਰਗ ਕਰ ਦੇਵਾਂਗੇ, ਪਰ ਨਹੀਂ ਕੀਤਾ ਗਿਆ, ਜਿਹਦੇ ਤੋਂ ਸਿੱਖਿਆ ਵਿਭਾਗ ਮੁੱਕ ਰਿਹਾ ਹੈ ਜੀ। ਸਾਡੀ ਮੰਗ ਇਹ ਹੈ ਸਰ ਕਿ ਸਾਡੀਆਂ ਡੈਪੂਟੇਸ਼ਨਾਂ ਜਿਹੜੀਆਂ ਆਰਜੀ ਪ੍ਰਬੰਧ ਲਾਏ ਗਏ ਆ ਇਹਨਾਂ ਨੂੰ ਤੁਰੰਤ ਕੈਂਸਲ ਕੀਤਾ ਜਾਵੇ, ਸਾਨੂੰ ਸਾਡੇ ਜ਼ਿਲ੍ਹਿਆਂ ਵਿੱਚ ਪਹੁੰਚਾਇਆ ਜਾਵੇ, ਕਿਉਂਕਿ 1 ਅਪ੍ਰੈਲ 2022 ਤੋਂ ਨਵਾਂ ਸੈਸ਼ਨ ਸਟਾਰਟ ਹੋਇਆਗਾ ਜੀ। ਅਸੀਂ ਉੱਥੇ ਜਾਣਾ ਚਾਹੁੰਦੇ ਹਾਂ। ਉੱਥੇ ਵੀ ਅਧਿਆਪਕਾਂ ਦੀ ਘਾਟ ਹੈ ਜੀ, ਜਿੱਥੇ ਸਾਡੀ ਬਦਲੀ ਹੋਈ ਸੀ, ਕਿਉਂਕਿ ਸਾਡੀ ਬਦਲੀ ਖਾਲੀ ਅਸਾਮੀਆਂ ਤੇ ਹੀ ਹੋਈ ਸੀਗੀ। ਉੱਥੇ ਟੀਚਰ ਨਹੀਂ ਹੈਗੇ ਕਿ ਭਗਵੰਤ ਮਾਨ ਸੀਐਮ ਸਾਹਿਬ ਦੀ ਜੋ ਸਿੱਖਿਆ ਨੀਤੀ ਹੈਗੀ ਹੈ ਜੀ, ਉਹਦੇ ਵਿੱਚ ਉਹਨਾਂ ਬੱਚਿਆਂ ਦੀ ਸਿੱਖਿਆ ਨਹੀਂ ਹੈਗੀ ਕਿ ਜਿੱਥੇ ਅਸੀਂ ਪਹੁੰਚ ਹੀ ਨਹੀਂ ਪਾਏ ਹੈਗੇ ਕਿ ਜੇ ਇਹਨਾਂ ਬੱਚਿਆਂ ਦੀ ਸਿੱਖਿਆ ਇਹਨਾਂ ਨੂੰ ਪਿਆਰੀ ਹੈਗੀ ਹੈ ਤਾਂ ਉਹ ਵੀ ਇਹਨਾਂ ਦੇ ਹੀ ਬੱਚੇ ਨੇ, ਉਹ ਵੀ ਪੰਜਾਬ ਦੇ ਹੀ ਬੱਚੇ ਨੇ, ਜਿਨ੍ਹਾਂ ਨੂੰ ਅਸੀਂ ਉੱਥੇ ਜਾ ਕੇ ਸਿੱਖਿਅਤ ਕਰਨਾ ਜੀ। ਸਰ ਬਹੁਤ ਵਾਰੀ ਅਸੀਂ ਮੰਗ ਪੱਤਰ ਦਿੱਤੇ ਹੈਗੇ ਆ ਜੀ। ਪਿਛਲੇ 1 ਸਾਲ ਤੋਂ ਮਾਰਚ 22 ਨੂੰ ਸਾਡੀ ਸਾਰਿਆਂ ਦੀ ਟ੍ਰਾਂਸਫਰ ਹੋਈ ਸੀ ਜੀ, ਜਾਂ ਉਸ ਤੋਂ ਬਾਅਦ ਦੂਸਰਾ ਤੀਸਰਾ ਗੇੜ ਚਲਾਇਆ ਗਿਆ, ਸਾਰਿਆਂ ਦੀਆਂ ਸਾਡੀਆਂ ਬਦਲੀਆਂ ਹੋਈਆਂ ਗਈਆਂ। ਉਸ ਤੋਂ ਬਾਅਦ ਸਾਨੂੰ ਵਾਪਸ ਆਰਜੀ ਪ੍ਰਬੰਧ ਤੇ ਇਹ ਕਹਿ ਕੇ ਬੁਲਾਇਆ ਗਿਆ ਸੀ ਕਿ ਨਵੰਬਰ ਦੇ ਵਿੱਚ ਇੱਕ ਨੈਸ ਦਾ ਪੇਪਰ ਹੋਣਾ ਹੈ, ਤੁਸੀਂ ਉਦੋਂ ਤੱਕ ਇੱਥੇ ਰਹਿ ਜਾਓ, ਉਸ ਤੋਂ ਬਾਅਦ ਅਸੀਂ ਤੁਹਾਨੂੰ ਫਾਰਗ ਕਰ ਦਾਂਗੇ। ਨੈਸ ਦਾ ਪੇਪਰ ਅਸੀਂ ਜੀ ਜਾਨ ਨਾਲ ਬੱਚਿਆਂ ਨੂੰ ਤਿਆਰੀ ਕਰਵਾ ਕੇ ਅਸੀਂ ਪੇਪਰ ਦਵਾਇਆ ਗਾ ਜੀ। ਉਸ ਤੋਂ ਬਾਅਦ ਅਸੀਂ ਗਏ, ਇਹਨਾਂ ਨੂੰ ਮੰਗ ਪੱਤਰ ਦਿੱਤੇ, ਪਰ ਇਹਨਾਂ ਨੇ ਨਹੀਂ ਮੰਨੇ। ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਤੁਹਾਨੂੰ 31 ਮਾਰਚ ਤੋਂ ਬਾਅਦ ਅਸੀਂ ਫਾਰਗ ਕਰ ਦੇਵਾਂਗੇ, ਪਰ 31 ਮਾਰਚ ਤੋਂ ਪਹਿਲਾਂ ਅਸੀਂ ਮੰਗ ਪੱਤਰ ਦੇਣੇ ਸ਼ੁਰੂ ਕਰਤੇ ਸੀ ਜੀ ਕਿ ਸਾਡਾ 31 ਮਾਰਚ ਤੱਕ ਸਾਨੂੰ ਫਾਰਗ ਕੀਤਾ ਜਾਵੇ, ਆਪਦਾ ਪ੍ਰਬੰਧ ਕਰ ਲਿਆ ਜਾਵੇ, ਪਰ ਇਹਨਾਂ ਨੇ ਨਹੀਂ ਕੀਤਾ ਜੀ। ਅਸੀਂ ਅੱਜ ਵੀ ਈਐਮ ਸਾਹਿਬ ਨਾਲ ਗੱਲ ਹੀ ਕਰਨ ਆਏ ਸੀ, ਬਟ ਇਹਨਾਂ ਨੇ ਸਾਨੂੰ ਧਰਨਾ ਲਾਉਣ ਲਈ ਮਜਬੂਰ ਕਰਤਾ। ਸਰ ਸਿੱਖਿਆ ਮੰਤਰੀ ਸਾਹਿਬ ਆਏ ਸੀਗੇ, ਸਾਨੂੰ ਮਿਲੇ ਹੈਗੇ ਆ, ਬਾਹਰ ਆਏ ਨੇ, ਸਾਡੀ ਗੱਲ ਸੁਣੀ ਹੈ ਜੀ, ਬਟ ਗੱਲ ਸੁਣਨ ਤੋਂ ਬਾਅਦ ਉਹਨਾਂ ਨੇ ਸਾਨੂੰ ਕੋਈ ਭਰੋਸਾ ਨਹੀਂ ਦਿੱਤਾ। ਕਹਿੰਦੇ ਜੇ ਆਪਦੀ ਮੰਗ ਮਨਵਾਉਣੀ ਹੈ ਚੰਡੀਗੜ੍ਹ ਆ ਜਾਓ। ਸੀਐਮ ਸਾਹਿਬ ਦੁਆਰਾ ਸਾਨੂੰ ਇਹ ਕਿਹਾ ਗਿਆ ਸੀ ਕਿ ਜਿਹੜੇ ਵੀ ਤੁਹਾਡੇ ਮਸਲੇ ਹੋਣਗੇ ਉਹ ਇੱਥੇ ਮੁਹੱਲਿਆਂ ਤੋਂ, ਵਾਰਡਾਂ ਤੋਂ, ਪਿੰਡਾਂ ਤੋਂ ਸ਼ੁਰੂ ਹੋਣਗੇ, ਇੱਥੇ ਹੀ ਹੱਲ ਹੋਣਗੇ, ਤੁਹਾਨੂੰ ਚੰਡੀਗੜ੍ਹ ਆਉਣ ਦੀ ਲੋੜ ਨਹੀਂ। ਪਰ ਤੁਹਾਡੇ ਸਾਹਮਣੇ ਹੈ ਜੀ, ਸਾਨੂੰ ਈਐਮ ਸਾਹਿਬ ਖੁਦ ਆਪਣੇ ਮੂੰਹ ਨਾਲ ਕਹਿ ਕੇ ਗਏ ਆ ਕਿ ਚੰਡੀਗੜ੍ਹ ਆ ਜਾਓ, ਉੱਥੇ ਤੁਹਾਡਾ ਮਸਲਾ ਹੱਲ ਹੋ ਜਾਊਗਾ। ਸਰ ਮੇਰਾ ਨਾਮ ਮਨੀਸ਼ ਕੁਮਾਰ ਹੈ ਜੀ। ਸਰ ਸਾਡਾ ਅੱਜ ਦਾ ਧਰਨਾ ਸੀ ਜਿਹੜਾ ਸਾਡੇ ਜ਼ਿਲ੍ਹੇ ਸਾਡੀ ਜਿਹੜੀ ਬਦਲੀਆਂ ਹੋਈਆਂ ਨੇ, ਡੈਪੂਟੇਸ਼ਨ ਆਰਜੀ ਲਗਾਈਆਂ ਗਈਆਂ ਨੇ, ਉਸ ਸੰਬੰਧੀ ਸਾਡੀ ਫਾਰਗੀ ਨਹੀਂ ਕੀਤੀ ਜਾ ਰਹੀ। ਉਸ ਸੰਬੰਧੀ ਅਸੀਂ ਅੱਜ ਪੱਕੇ ਤੌਰ ਤੇ ਧਰਨਾ ਲਗਾਇਆ ਜੀ। ਸਰ ਡੀਓ ਸਾਹਿਬ ਅੱਜ ਸਾਡੇ ਧਰਨੇ ਵਿੱਚ ਪਹੁੰਚੇ ਸੀ ਆਸ਼ਵਾਸਨ ਦੇਣ ਲਈ। ਸਾਡੀਆਂ ਕੋਈ 4 ਮੁੱਖ ਮੰਗਾਂ ਸੀਗੀਆਂ ਜਿਨ੍ਹਾਂ ਤੇ ਉਹਨਾਂ ਨੇ ਸਹਿਮਤੀ ਪ੍ਰਗਟਾਈ ਹੈ। ਸਿੱਖਿਆ ਮੰਤਰੀ ਜੀ ਨੇ ਉਹਨਾਂ ਦੀ ਡਿਊਟੀ ਲਗਾਈ ਸੀ। ਸਿੱਖਿਆ ਮੰਤਰੀ ਜੀ ਨੇ ਉਹਨਾਂ ਦੀ ਡਿਊਟੀ ਲਗਾਈ ਹੈ। ਸਾਡੇ 4 ਮੰਗਾਂ ਤੇ ਉਹਨਾਂ ਨੇ ਸਹਿਮਤੀ ਪ੍ਰਗਟਾਈ ਹੈ। 4 ਮੰਗਾਂ ਨੂੰ ਜਾਇਜ਼ ਮੰਨਿਆ ਗਿਆ ਜੀ ਉਹਨਾਂ ਵੱਲੋਂ। ਡੀਓ ਸਾਹਿਬ ਵੱਲੋਂ ਆਸ਼ਵਾਸਨ ਦਿੱਤਾ ਗਿਆ ਮੀਟਿੰਗ ਦਾ, ਪਰ ਕਾਫੀ ਲੰਮੇ ਸਮੇਂ ਤੋਂ ਮੀਟਿੰਗਾਂ ਕਰ ਕਰਕੇ ਪਰ ਮੀਟਿੰਗਾਂ 'ਚ ਸਾਨੂੰ ਕੁਝ ਨਹੀਂ ਪੱਲੇ ਪਿਆ। ਅਗਰ ਸਾਡੇ ਸਾਰੀਆਂ ਮੰਗਾਂ ਜਾਇਜ਼ ਨੇ, ਸਾਡੀਆਂ 4 ਮੁੱਖ ਮੰਗਾਂ ਨੇ। ਇੱਕ ਤਾਂ ਟੀਚਰਲੈਸ ਸਕੂਲ ਤੋਂ ਇਲਾਵਾ ਬਾਕੀ ਸਾਰੇ ਰਹਿੰਦੇ ਸਾਥੀਆਂ ਦੀਆਂ ਫਾਰਗੀਆਂ ਕੀਤੀਆਂ ਜਾਣ ਜੋ ਵੀ ਡੈਪੂਟੇਸ਼ਨ ਤੇ ਨੇ। ਨੰਬਰ 2, ਜਿੱਥੇ ਈਜੀਐਸ ਜਾਂ ਸਿੱਖਿਆ ਪ੍ਰੋਵਾਈਡਰ ਨੇ ਪਲੱਸ ਉਹਦੇ ਨਾਲ ਰੈਗੂਲਰ ਟੀਚਰ ਹੈ, ਈਜੀਐਸ ਜਾਂ ਸਿੱਖਿਆ ਪ੍ਰੋਵਾਈਡਰ ਨੂੰ
ਪੂਰਨ ਟੀਚਰ ਮੰਨ ਕੇ ਰੈਗੂਲਰ ਅਧਿਆਪਕ ਨੂੰ ਫਾਰਗ ਕੀਤਾ ਜਾਵੇ। ਨੰਬਰ 3, ਜਿੱਥੇ ਸਿੰਗਲ ਟੀਚਰ ਹੈ, ਸਿੰਗਲ ਟੀਚਰ ਦੀ ਜਗ੍ਹਾ ਤੇ ਜ਼ਿਲ੍ਹੇ ਦੇ ਵਿੱਚੋਂ ਬਦਲਵਾਂ ਪ੍ਰਬੰਧ ਕਰਕੇ, ਜਿਵੇਂ ਕਿ ਸਾਡੀਆਂ ਜੁਆਇਨਿੰਗਾਂ ਤੋਂ ਪਹਿਲਾਂ ਇਹਨਾਂ ਕੀਤਾ ਹੋਇਆ ਸੀ, ਬਦਲਵਾਂ ਪ੍ਰਬੰਧ ਕਰਕੇ ਤੁਰੰਤ ਫਾਰਗ ਕੀਤਾ ਜਾਵੇ। ਨੰਬਰ 4, 2019 ਦੇ ਵਿੱਚ ਜਿਨ੍ਹਾਂ ਸਾਥੀਆਂ ਦੀ ਬਦਲੀਆਂ ਹੋਈਆਂ ਨੇ, ਬਦਲੀ ਹੋਇਆਂ ਨੂੰ 2 ਸਾਲ ਪੂਰੇ ਹੋ ਗਏ, ਪਰੰਤੂ ਉਹਨਾਂ ਦੇ ਪਹਿਲਾਂ ਬਦਲੀ ਦੇ ਹੁਕਮ ਲਾਗੂ ਨਹੀਂ ਕੀਤੇ ਗਏ ਸੀ। 2 ਸਾਲ ਤੋਂ ਵੱਧ ਸਮਾਂ ਹੋਣ ਕਰਕੇ ਉਹਨਾਂ ਦੇ ਵੀ ਬਦਲੀ ਦੇ ਹੁਕਮ ਲਾਗੂ ਕੀਤੇ ਜਾਣ ਤੇ ਉਹਨਾਂ ਨੂੰ ਵੀ ਫਾਰਗ ਕੀਤਾ ਜਾਵੇ। ਜੇਕਰ ਸਾਡੀ ਮੰਗਾਂ ਨੂੰ ਜਾਇਜ਼ ਮੰਨ ਰਹੇ ਨੇ, ਸਹਿਮਤੀ ਪ੍ਰਗਟਾ ਰਹੇ ਨੇ, ਤਾਂ ਕਿਉਂ ਨਹੀਂ ਸਾਡਾ ਪੱਤਰ ਜਾਰੀ ਕਰਦੇ? ਪੈਨਲ ਮੀਟਿੰਗ ਕੋਈ ਸਾਡਾ ਮਸਲਾ ਐਡਾ ਵੱਡਾ ਨਹੀਂ ਹੈ ਜੋ ਪੈਨਲ ਦੇ ਵਿੱਚ ਸੁਲਝਾਇਆ ਜਾਵੇ। ਸਾਡਾ ਕੀ ਹੈ, ਜੇ ਮੰਗਾਂ ਜਾਇਜ਼ ਨੇ ਤੇ ਇੱਕ ਲੈਟਰ ਜਾਰੀ ਕਰ ਦਿੱਤਾ ਜਾਵੇ ਜਿੰਦੇ 'ਚ ਚਾਰੋਂ ਮੰਗਾਂ ਜਾਂ ਸਿੱਧੇ ਤੌਰ ਤੇ ਲਿਖ ਦਿੱਤਾ ਜਾਵੇ ਵੀ ਜਿਹੜੇ ਸਾਥੀਆਂ ਦੀਆਂ ਡੈਪੂਟੇਸ਼ਨਾਂ ਲੱਗੀਆਂ ਨੇ ਜਾਂ ਜਿਨ੍ਹਾਂ ਸਾਥੀਆਂ ਦੀ ਬਦਲੀਆਂ ਹੋਈਆਂ ਨੇ 2019 ਦੌਰਾਨ ਸਟੇ ਪੂਰਾ ਹੈ, ਸਾਰਿਆਂ ਨੂੰ ਤੁਰੰਤ ਸਮੇਂ ਤੋਂ ਫਾਰਗ ਕੀਤਾ ਜਾਂਦਾ ਹੈ। ਸਰ ਸਾਡਾ ਅਲਟੀਮੇਟਮ ਇਹ ਹੈ, ਜਦੋਂ ਤੱਕ ਪੱਤਰ ਜਾਰੀ ਨਹੀਂ ਹੁੰਦਾ ਅਣਮਿੱਥੇ ਸਮੇਂ ਲਈ ਧਰਨਾ ਜਾਰੀ ਰਹੇਗਾ। ਜਦੋਂ ਤੱਕ ਪੱਤਰ ਜਾਰੀ ਨਹੀਂ ਹੁੰਦਾ ਇਹ ਧਰਨਾ ਜਾਰੀ ਰਹੇਗਾ। ਜਿਹੜੇ ਤੁਹਾਡੀਆਂ ਡਿਊਟੀਆਂ ਤੁਸੀਂ ਕਰੋਗੇ ਜਾਂ ਕਿਵੇਂ? ਨਹੀਂ ਜੀ, ਉਹ ਅਸੀਂ ਸਾਰੇ ਆਪਣੇ ਡੀਓ ਸਾਹਿਬ, ਬੀਓ ਸਾਹਿਬ, ਸੀਐਮ ਸਾਹਿਬ, ਈਐਮ ਸਾਹਿਬ, ਡੀਪੀਆਈ, ਐਜੂਕੇਸ਼ਨ ਸੈਕਟਰੀ ਸਭ ਨੂੰ ਅਸੀਂ ਮੰਗ ਪੱਤਰ ਮੈਮੋਰੈਂਡਮ ਦੇ ਵਿੱਚ ਪਹਿਲੇ ਸਪਸ਼ਟ ਕਰ ਚੁੱਕੇ ਹਾਂ। 2 ਤਰੀਕ ਤੋਂ ਬਾਅਦ ਅਸੀਂ ਅਣਮਿੱਥੇ ਸਮੇਂ ਲਈ ਸਮੂਹਿਕ ਛੁੱਟੀ ਤੇ ਹਾਂ। ਜਦੋਂ ਤੱਕ ਸਾਡਾ ਧਰਨਾ ਜਾਰੀ ਰਹੂਗਾ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਮੇਰਾ ਨਾਮ ਮਨਜੀਤ ਹੈ। ਸਾਡੀ ਪਹਿਲੇ ਮੀਟਿੰਗ ਹੋਈ, ਸਾਨੂੰ 5 ਮੈਂਬਰੀ ਕਮੇਟੀ ਨੂੰ ਬੁਲਾਇਆ ਗਿਆ, ਉਹਦੇ ਵਿੱਚ ਮੈਂ ਵੀ ਸ਼ਾਮਲ ਸੀਗੀ। ਅਸੀਂ ਉਹਨਾਂ ਨੂੰ ਕਿਹਾ ਵੀ ਸਾਡੀਆਂ ਆਹ ਸ਼ਰਤਾਂ ਹੈ। ਉਹਨਾਂ ਸਾਨੂੰ ਕਿਹਾ ਵੀ ਸਾਨੂੰ ਕੁਝ ਟਾਈਮ ਦਿਓ। ਅਸੀਂ ਕਿਹਾ ਤੁਹਾਨੂੰ ਅਸੀਂ 1 ਮਹੀਨੇ ਦਾ ਟਾਈਮ ਦਿੰਦੇ ਆ, ਬਟ ਸਾਨੂੰ ਰਿਟਰਨ 'ਚ ਦਿਓ। ਜਦੋਂ ਅਸੀਂ ਰਿਟਰਨ ਦੀ ਗੱਲ ਕਰਦੇ ਸੀ ਹੱਥ ਖੜੇ ਕਰ ਜਾਂਦੇ ਸੀਗੇ। ਉਹਨਾਂ ਸਾਨੂੰ ਕਿਹਾ ਕਿ ਰਿਟਰਨ ਵਿੱਚ ਅਸੀਂ ਕੁਝ ਵੀ ਨਹੀਂ ਦੇਣਾ ਹੈਗਾ। ਉਸ ਤੋਂ ਬਾਅਦ ਘੰਟੇ ਬਾਅਦ ਫਿਰ ਮੀਟਿੰਗ ਬੁਲਾਈ ਤੇ ਸਾਨੂੰ ਇੱਕ ਮਿੱਠੀ ਗੋਲੀ ਦੀ ਤਰ੍ਹਾਂ ਡੀਓ ਸਾਹਿਬ ਨੂੰ ਇੱਥੇ ਭੇਜਿਆ ਗਿਆ। A1 ਮੀਡੀਆ ਲਈ ਬਰਨਾਲਾ ਤੋਂ ਮਨੋਜ ਸ਼ਰਮਾ ਦੀ ਰਿਪੋਰਟ।